Good morning, students. How are you all? I hope you all are doing great. I am Chavi, your English teacher for the day. Today, we'll do the last chapter of your book. That is, chapter number 13, Smashing the Glass Ceiling. What do you understand from the title of the chapter? Smashing the Glass Ceiling. Can you tell me the meaning of the each and every word? Smashing, do you know? तोड़ना, glass, जिच पानी पीने आ, I know, right? But glass is also ਕੱਚ, ਜਿਹਨੂੰ ਕਹਿੰਦੇ ਤੁਸੀਂ ਕੱਚ ਦਾ ਬਣਿਆ ਹੁੰਦਾ glass. That is the material, glass. ਇੱਥੇ ਗਲਾਸ ਪਾਣੀ ਪੀਣ ਵਾਲੇ ਗਲਾਸ ਦੀ ਗੱਲ ਨਹੀਂ ਹੋ ਰਹੀ, ਠੀਕ ਹੈ? ਇੱਥੇ ਗਲਾਸ ਜਿਹੜਾ ਆ ਕੱਚ ਲਈ ਵਰਤਿਆ ਗਿਆ ਵਾ. ਐਂਡ ਸੀਲਿੰਗ, ਛੱਤ, ਕੱਚ ਦੀ ਛੱਤ ਨੂੰ ਤੋੜਨਾ. ਤੁਹਾਨੂੰ ਇਹਦੇ ਤੋਂ ਕੀ ਸਮਝ ਲੱਗ ਰਿਹਾ ਹੈ ਕਿ ਛੱਤ ਕੱਚ ਦੀ ਬਣੀ ਹੈ ਤੇ ਉਸਨੂੰ ਤੋੜ ਦਿੱਤਾ ਗਿਆ ਹੈ? ਕੁਛ ਏਦਾਂ ਤਾਂ ਹੋਏਗਾ ਚੈਪਟਰ ਵਿੱਚ. Come on, tell me. So, ਇਹ ਜਿਹੜਾ ਟਾਈਟਲ ਹੈ, ਇਸ ਸਮਾਜ ਨੂੰ ਕੁਝ ਸਮਝਾਉਣ ਲਈ ਇਸ ਟਾਈਟਲ ਨੂੰ ਦਿੱਤਾ ਗਿਆ ਹੈ. ਸਾਡੇ ਸਮਾਜ ਵਿੱਚ ਬਹੁਤ ਸਾਰੀਆਂ ਬੰਦਿਸ਼ਾਂ ਲਗਾਈਆਂ ਜਾਂਦੀਆਂ, ਸਪੈਸ਼ਲੀ ਗਰਲਸ ਤੇ. ਰਿਸਟ੍ਰਿਕਸ਼ਨਸ ਹੁੰਦੀਆਂ ਵਾ ਕਿ ਗਰਲਸ ਇਹ ਨਹੀਂ ਕਰ ਸਕਦੀਆਂ, ਇਹ ਨਹੀਂ ਕਰ ਸਕਦੀਆਂ. ਤਾਂ ਉਹ ਜਿਹੜੀਆਂ ਰਿਸਟ੍ਰਿਕਸ਼ਨਸ ਤੋਂ ਬਾਹਰ ਨਿਕਲਣਾ ਆ, ਉਹਨੂੰ ਕਿਹਾ ਜਾਂਦਾ ਵਾ ਗਲਾਸ ਸੀਲਿੰਗ ਤੋਂ ਬਾਹਰ ਨਿਕਲਣਾ, ਗਲਾਸ ਸੀਲਿੰਗ ਨੂੰ ਤੋੜ ਕੇ ਬਾਹਰ ਨਿਕਲਣਾ. ਸਮੈਸ਼ਿੰਗ ਦ ਗਲਾਸ ਸੀਲਿੰਗ. ਸੋ ਇਸ ਚੈਪਟਰ ਵਿੱਚ ਵੀ ਤੁਸੀਂ ਕੁਝ ਐਦਾਂ ਦਾ ਹੀ ਪੜ੍ਹੋਗੇ. ਸੋ ਲੈਟਸ ਬਿਗਿਨ. ਸਟੋਰੀ ਸਮੈਸ਼ਿੰਗ ਦ ਗਲਾਸ ਸੀਲਿੰਗ. ਬਟ ਬਿਫੋਰ ਰੀਡਿੰਗ ਦ ਸਟੋਰੀ, note down the meanings of the different words. Smashing, ਤੋੜਨਾ, ਇਹ ਮੈਂ ਪਹਿਲਾਂ ਹੀ ਦੱਸ ਚੁੱਕੀ ਹਾਂ ਤੁਹਾਨੂੰ. Hugged, ਜੱਫੀ ਪਾਈ, you can see the pic. Two princesses, they are hugging each other. They hugged each other. Third, memories, ਯਾਦਾਂ. ਅਸੀਂ ਕਹਿ ਦਿੰਦੇ ਹਾਂ ਸਾਡੀਆਂ ਚਾਈਲਡਹੁੱਡ ਮੈਮਰੀਜ਼ ਹੈ, ਬਚਪਨ ਦੀਆਂ ਯਾਦਾਂ. So those are memories. Regret, ਪਛਤਾਵਾ ਜਾਂ ਅਫਸੋਸ. ਅਸੀਂ ਕੋਈ ਕੰਮ ਇੱਦਾਂ ਦਾ ਕਈ ਵਾਰ ਕਰਦੇ ਜਾਂ ਸਾਡੇ ਕੋਲ ਕੋਈ ਗਲਤੀ ਹੋ ਜਾਂਦੀ ਹੈ ਜਿਹਦਾ ਸਾਨੂੰ ਬਾਅਦ ਵਿੱਚ ਬਹੁਤ ਰਿਗਰੈਟ ਰਹਿੰਦਾ ਹੈ, ਪਛਤਾਵਾ ਰਹਿੰਦਾ ਹੈ. ਪਰ ਸਾਨੂੰ ਉਸ ਗਲਤੀ ਨੂੰ ਸੁਧਾਰ ਲੈਣਾ ਚਾਹੀਦਾ ਹੈ ਤਾਂ ਕਿ ਉਹਦਾ ਪਛਤਾਵਾ ਨਾ ਰਹੇ. Fifth word is arthritis. Arthritis, ਇਹ ਬਿਮਾਰੀ ਹੈ ਗਠੀਆ. ਤੁਸੀਂ ਸੁਣਿਆ ਹੋਣਾ ਇਹ ਪੰਜਾਬੀ ਵਰਡ ਗਠੀਆ. ਜੋੜਾਂ ਦੀ ਬਿਮਾਰੀ ਹੈ ਇਹ. ਤੁਹਾਡੀ ਫੈਮਲੀਜ਼ 'ਚ ਤੁਸੀਂ ਇੱਕ ਕਾਮਨ ਵਰਡ ਹੈ ਜਿਹੜਾ ਸਾਡੇ ਬਜ਼ੁਰਗ ਜਾਂ ਵੱਡੇ ਬੋਲਦੇ ਆ. ਸੋ ਇੰਗਲਿਸ਼ 'ਚ ਉਹਨੂੰ ਕਹਿੰਦੇ ਆ ਆਰਥਰਾਈਟਿਸ. ਨੈਕਸਟ ਇਜ਼ ਚੈਰੀਟੇਬਲ. ਤੁਸੀਂ ਕਿਤੇ ਨਾ ਕਿਤੇ ਪੜ੍ਹਿਆ ਹੋਣਾ ਚੈਰੀਟੇਬਲ ਹਸਪੀਟਲ. ਦਾਨੀ ਮਤਲਬ ਉਹ ਜਗ੍ਹਾ ਜਿਹੜੀ ਕਿ ਜਾਂ ਜਿੱਦਾਂ ਹੁਣ ਜੇ ਹਸਪੀਟਲ ਦੀ ਹੀ ਗੱਲ ਕਰੀਏ ਤਾਂ ਉੱਥੇ ਫੀਸ ਬਹੁਤ ਘੱਟ ਹੁੰਦੀ ਹੈ ਕਿਉਂਕਿ ਉਹ ਚੈਰੀਟੇਬਲ ਹੁੰਦਾ ਹੈ. ਲੋਕਾਂ ਦੀ ਚੈਰਿਟੀ ਨਾਲ ਉਹ ਹਸਪੀਟਲ ਚਲਾਇਆ ਜਾਂਦਾ ਹੈ. ਉਹ ਨਾ ਉਹ ਪ੍ਰਾਈਵੇਟ ਹੈ ਨਾ ਉਹ ਗਵਰਨਮੈਂਟ ਹੈ. ਜਿਹੜੇ ਲੋਕ ਚੈਰਿਟੀ ਕਰਦੇ ਆ, ਦਾਨ ਕਰਦੇ ਆ, ਉਹਨਾਂ ਦੇ ਸਹਿਯੋਗ ਨਾਲ ਉਹ ਜਗ੍ਹਾ ਜਾਂ ਕੰਮ ਹੈ ਜਿਹੜਾ ਚਲਾਇਆ ਜਾਂਦਾ ਆ. So that is charitable. Seventh is skills. ਤੁਸੀਂ ਹੁਣ ਸਕੂਲ ਵਿੱਚ ਵੀ ਸੁਣਦੇ ਹੋਗੇ, ਆਪਣੇ ਟੀਚਰਸ ਕੋਲ ਇੰਗਲਿਸ਼ 'ਚ ਵੀ ਸੁਣਦੇ ਹੋਗੇ ਕਮਿਊਨੀਕੇਸ਼ਨ ਸਕਿੱਲਸ. ਹੁਨਰ. ਤੁਹਾਡੇ ਸਕੂਲਸ ਵਿੱਚ NSQF ਚੱਲ ਰਹੇ ਆ ਜਿਸ 'ਚ ਤੁਹਾਨੂੰ ਡਿਫਰੈਂਟ ਸਕਿੱਲਸ ਸਿਖਾਈਆਂ ਜਾਂਦੀਆਂ ਵਾ. 9th 10th 'ਚ ਜਦੋਂ ਤੁਸੀਂ ਜਾਓਗੇ ਤਾਂ ਤੁਸੀਂ ਉਹਨਾਂ ਵਿੱਚੋਂ ਕੋਈ ਨਾ ਕੋਈ ਸਬਜੈਕਟ ਜ਼ਰੂਰ ਚੂਜ਼ ਕਰੋਗੇ. ਉਹਦੇ ਵਿੱਚ ਕੀ ਹੈ, ਤੁਹਾਨੂੰ ਕੋਈ ਨਾ ਕੋਈ ਹੱਥ ਦੇ ਕੰਮ ਦੀ ਸਕਿੱਲ ਦਿੱਤੀ ਜਾਏਗੀ, ਹੁਨਰ ਸਿਖਾਇਆ ਜਾਏਗਾ, ਤਾਂ ਉਹਨੂੰ ਕਹਿੰਦੇ ਆ ਸਕਿੱਲਸ. Next is publishing.
ਪ੍ਰਕਾਸ਼ਨ, ਨਿਊਜ਼ਪੇਪਰਸ, ਮੈਗਜ਼ੀਨਸ, ਇਹ ਪਬਲਿਸ਼ ਹੁੰਦੇ ਆ, ਪ੍ਰਕਾਸ਼ਨ ਹੁੰਦਾ ਹੈ ਇਹਨਾਂ ਦਾ। ਪਬਲਿਸ਼ਿੰਗ ਹਾਊਸ, ਤੁਸੀਂ ਵਰਡ ਸੁਣਿਆ ਹੋਣਾ, ਫਰੇਜ਼ ਸੁਣਿਆ ਹੋਣਾ। 9th word is opportunity, ਮੌਕਾ। ਤੁਹਾਨੂੰ ਬਹੁਤ ਸਾਰੇ ਮੌਕੇ ਮਿਲਦੇ ਆ ਅੱਗੇ ਵਧਣ ਦੇ, those are opportunities। chances, ਜਿਹਨੂੰ synonym ਹੈ ਜਿਹਦਾ chances। next is soul, SOLE, ਇਕੱਲਾ। ਤੁਸੀਂ ਇਹਦੇ ਲਈ ਐਗਜ਼ਾਮਪਲ ਲੈ ਸਕਦੇ ਹੋ ਕਿ ਇਸ ਕੰਮ ਦਾ ਮੈਂ ਇਕੱਲਾ ਹੀ ਓਨਰ ਹਾਂ। ਤੁਸੀਂ ਕੰਮ 'ਚ ਸੁਣਿਆ ਹੋਣਾ ਕਿ ਪਾਰਟਨਰਸ਼ਿਪ ਹੈ, ਕਿ ਇਹ ਕੰਪਨੀ ਚੱਲ ਰਹੀ ਹੈ, 2 ਪਾਰਟਨਰਸ ਆ ਇਹਦੇ। ਪਰ ਕੋਈ ਕੰਪਨੀ ਇੱਦਾਂ ਦੀ ਹੁੰਦੀ ਹੈ ਕਿ ਜਿਹਦੇ 'ਚ ਕੋਈ ਪਾਰਟਨਰ ਨਹੀਂ ਹੁੰਦਾ, ਇੱਕੋ ਜਾਣਾ ਉਹ ਕੰਪਨੀ 'ਚ ਲਾ ਰਿਹਾ ਵਾ। ਹੀ ਇਜ਼ ਦ ਸੋਲ ਓਨਰ, ਮਾਲਕ, ਇਕੱਲਾ ਹੀ ਮਾਲਿਕ ਹੈ। ਤਾਂ ਦੈਟ ਇਜ਼ ਸੋਲ, ਇਕੱਲਾ। So these are the words you are going to read in your chapters. Next is role model. ਤੁਹਾਡੇ ਟੀਚਰਸ ਤੁਹਾਨੂੰ ਜ਼ਰੂਰ ਪੁੱਛਦੇ ਹੋਣੇ, who is your role model? ਪ੍ਰੇਰਣਾ ਸਰੋਤ। ਰੋਲ ਮਾਡਲ ਹੁੰਦੇ ਜਿਨ੍ਹਾਂ ਦੇ ਕੰਮ ਨੂੰ ਦੇਖ ਕੇ ਜਾਂ ਜਿਨ੍ਹਾਂ ਦੀ ਪਰਸਨੈਲਿਟੀ ਤੋਂ ਤੁਸੀਂ ਇੰਨੇ ਪ੍ਰਭਾਵਿਤ ਹੁੰਦੇ ਹੋ ਕਿ ਤੁਸੀਂ ਉਹਨਾਂ ਦੇ ਵਰਗੇ ਬਣਨਾ ਚਾਹੁੰਦੇ ਹੋ। ਤੁਸੀਂ ਉਹਨਾਂ ਨੂੰ ਦੇਖ ਕੇ ਉਹਨਾਂ ਦੇ ਸਿੱਖਿਆਵਾਂ ਤੇ ਚੱਲ ਕੇ ਅੱਗੇ ਵੱਧਦੇ ਹੋ ਕਿ ਤੁਸੀਂ ਉਹਨਾਂ ਤੋਂ ਇਹ ਸਿੱਖਿਆ, ਹਾਂ ਇਹ ਚੰਗੀ ਗੱਲ ਹੈ, ਇਹ ਮੈਨੂੰ ਆਪਣੀ ਲਾਈਫ ਵਿੱਚ ਅਪਣਾਉਣੀ ਚਾਹੀਦੀ ਆ, ਤੇ ਉਹਨਾਂ ਗੱਲਾਂ ਨਾਲ ਤੁਸੀਂ ਅੱਗੇ ਵੱਧਦੇ ਹੋ। ਸੋ ਦੈਟ ਪਰਸਨ ਬਿਕਮਸ ਯੋਰ ਰੋਲ ਮਾਡਲ, ਜਿਹਨੂੰ ਤੁਸੀਂ ਫੋਲੋ ਕਰਦੇ ਹੋ। ਨਾਓ ਥਿੰਕ ਅਬਾਊਟ ਇਟ, ਹੂ ਇਜ਼ ਯੂਰ ਰੋਲ ਮਾਡਲ? ਮੇਰੇ ਰੋਲ ਮਾਡਲ ਮੇਰੇ ਮਿਊਜ਼ਿਕ ਟੀਚਰ ਹੈ, ਜਿਨ੍ਹਾਂ ਤੋਂ ਮੈਂ ਇੰਨੀ ਪ੍ਰਭਾਵਿਤ ਹਾਂ ਕਿ ਮੈਂ ਉਹਨਾਂ ਨੂੰ ਦੇਖ ਕੇ ਹੀ ਅੱਗੇ ਵੱਧਦੀ ਹਾਂ। ਅੱਜ ਵੀ ਮੈਂ ਉਹਨਾਂ ਕੋਲੋਂ ਸਲਾਹ ਲੈਂਦੀ ਹਾਂ, I take advice from her। ਤਾਂ ਰੋਲ ਮਾਡਲ ਜਿਹੜੇ ਹੁੰਦੇ ਆ ਤੁਹਾਨੂੰ ਹਰ ਰਾਹ ਵਿੱਚ ਹੈਲਪ ਕਰਦੇ ਆ। ਤੁਹਾਡੇ ਵੀ ਟੀਚਰਸ ਤੁਹਾਡੇ ਰੋਲ ਮਾਡਲ ਹੋ ਸਕਦੇ ਆ, ਤੁਹਾਡੇ ਪੈਰੈਂਟਸ ਤੁਹਾਡੇ ਰੋਲ ਮਾਡਲ ਹੋ ਸਕਦੇ ਆ, ਜਾਂ ਤੁਹਾਡੀ ਫੈਮਿਲੀ ਮੈਂਬਰ, ਜਾਂ ਕੋਈ ਪਰਸਨੈਲਿਟੀ ਇੱਦਾਂ ਦੀ, ਟੀਵੀ ਪਰਸਨੈਲਿਟੀ, ਕੋਈ ਹੀਰੋ ਹੀਰੋਇਨ, ਕੋਈ ਤੁਸੀਂ ਸਿੰਗਰ। ਮੈਂ ਤਾਂ ਸਕੂਲਸ ਵਿੱਚ ਦੇਖਦੀ ਬੱਚੇ ਸਿੰਗਰਸ ਨੂੰ ਬਹੁਤ ਫੋਲੋ ਕਰਦੇ ਆ, ਰਾਈਟ? ਤਾਂ ਉਹ ਤੁਹਾਡੇ ਰੋਲ ਮਾਡਲ ਹੋ ਸਕਦੇ ਆ। ਪਰ ਰੋਲ ਮਾਡਲ ਹਮੇਸ਼ਾ ਤੁਹਾਨੂੰ ਚੰਗਾ ਰਾਹ ਦਿਖਾਉਣ ਵਾਲਾ ਹੋਣਾ ਚਾਹੀਦਾ ਆ, ਨਾ ਕਿ ਗਲਤ ਰਾਹ ਤੇ ਲਿਜਾਣ ਵਾਲਾ। ਜਿਹੜੇ ਗਲਤ ਰਾਹ ਤੇ ਲੈ ਕੇ ਜਾਓਗੇ ਉਹ ਰੋਲ ਮਾਡਲ ਨਹੀਂ ਹੋਣਗੇ, ਰਾਈਟ? ਨੈਕਸਟ ਇਜ਼ ਕੁਆਲੀਫਿਕੇਸ਼ਨ, ਯੋਗਤਾ। ਹੁਣ ਤੁਸੀਂ ਪੜ੍ਹ ਰਹੇ ਹੋ, ਜਦੋਂ ਤੁਸੀਂ 8th ਬੋਰਡ ਪਾਸ ਕਰ ਲੋਗੇ ਤਾਂ ਤੁਹਾਡੀ ਕੁਆਲੀਫਿਕੇਸ਼ਨ ਕੀ ਹੋ ਜਾਣੀ? 8th ਪਾਸ। ਜਦੋਂ 10th ਪਾਸ ਕਰ ਲੋਗੇ, 10th ਪਾਸ, ਤਾਂ ਜਿਹੜੀ ਤੁਹਾਡੀ ਸਟੱਡੀ ਹੈ ਤੁਹਾਡੀ ਕੁਆਲੀਫਿਕੇਸ਼ਨ ਬਣ ਜਾਂਦੀ ਹੈ ਕਿ ਤੁਹਾਡੇ ਕੋਲ ਕਿਹੜੀ ਡਿਗਰੀ ਹੈ, ਕਿਹੜੀ ਸਟੱਡੀ ਤੁਸੀਂ ਕੰਪਲੀਟ ਕਰ ਲਈ ਹੈ। ਨੈਕਸਟ ਇਜ਼ ਇੰਸਪੀਰੇਸ਼ਨ, ਪ੍ਰੇਰਣਾ। ਮੈਂ ਪਹਿਲੇ ਦੱਸਿਆ ਰੋਲ ਮਾਡਲ ਤੋਂ ਅਸੀਂ ਪ੍ਰਭਾਵਿਤ ਹੁੰਨੇ ਆ, ਇੰਸਪਾਇਰ ਹੁੰਨੇ ਆ। ਸੋ ਦੈਟ ਇਜ਼ ਇੰਸਪੀਰੇਸ਼ਨ। ਪ੍ਰਮੋਟ, ਪ੍ਰਚਾਰ ਕਰਨਾ। ਅਸੀਂ ਕੋਈ ਨਵਾਂ ਕੰਮ ਸ਼ੁਰੂ ਕਰਦੇ ਹਾਂ, ਬਿਜ਼ਨਸ ਸ਼ੁਰੂ ਕਰਦੇ ਹਾਂ, ਤਾਂ ਅਸੀਂ ਉਹਦੀ ਪ੍ਰਮੋਸ਼ਨ ਕਰਦੇ ਹਾਂ ਕਿ ਲੋਕੀ ਉਸ ਕੰਮ ਵੱਲ ਧਿਆਨ ਦੇਣ। ਹੁਣ ਜੇ ਕੋਈ ਬਿਜ਼ਨਸ ਸਟਾਰਟ ਕੀਤਾ ਤਾਂ ਲੋਕੀ ਉਸ ਬਿਜ਼ਨਸ ਵਿੱਚ ਤੁਹਾਨੂੰ ਫਾਇਦਾ ਕਰਵਾਉਣ, ਤੁਹਾਡਾ ਸਮਾਨ ਖਰੀਦਣ, ਰਾਈਟ? ਤਾਂ ਅਸੀਂ ਪ੍ਰਮੋਸ਼ਨ ਲਈ ਕੁਛ ਨਾ ਕੁਛ ਕਰਦੇ ਹਾਂ, ਐਡਸ ਦਿੰਦੇ ਹਾਂ। ਤੁਸੀਂ ਪਿੰਡਾਂ ਵਿੱਚ ਵੀ ਜਾਂ ਆਪਣੇ ਸ਼ਹਿਰਾਂ ਵਿੱਚ ਦੇਖਦੇ ਹੋ ਕਿ ਬਹੁਤ ਸਾਰੇ ਪ੍ਰਮੋਸ਼ਨ ਲਈ ਬੋਰਡਸ ਲੱਗੇ ਹੁੰਦੇ ਆ, ਬਿਲ ਬੋਰਡਸ ਲੱਗੇ ਹੁੰਦੇ ਆ। Those are promotions, ਪ੍ਰਚਾਰ ਕਰਨਾ ਕਿਸੇ ਚੀਜ਼ ਦਾ। And the last one is foreign, ਵਿਦੇਸ਼ੀ। ਦੂਸਰੇ ਦੇਸ਼ ਨਾਲ ਜਿਹੜਾ ਸੰਬੰਧਿਤ ਹੁੰਦਾ, that is foreign. Clear? These are the words you are going to read in your chapter. Smashing the glass ceiling. What does glass ceiling stands for? ਇਹ ਮੈਂ ਤੁਹਾਨੂੰ ਪਹਿਲਾਂ ਸਮਝਾ ਚੁੱਕੀ ਕਿ glass ceiling ਦਾ ਮਤਲਬ ਕੀ ਹੈ। Glass ceiling stands for something unfair that stops women from getting important positions or jobs. Glass ceiling ਕੀ ਹੈ ਕਿ women, ਔਰਤਾਂ ਨਾਲ unfair treatment, ਜਿਹਦੇ ਵਿੱਚ ਉਹਨਾਂ ਨੂੰ ਪੋਜੀਸ਼ਨਸ, ਚੰਗੀਆਂ ਪੋਜੀਸ਼ਨਸ ਹੈ, ਚੰਗੀਆਂ ਜੌਬਸ ਹੈ, ਜਿਹੜਾ ਉਹਨਾਂ ਨੂੰ ਕਰਨ ਤੋਂ ਰੋਕਿਆ ਜਾਂਦਾ ਹੈ। For example,
It could be the unfair belief that women should not step outside for work after marriage. ਇਹ ਸਾਡੀਆਂ ਫੈਮਲੀਜ਼ 'ਚ ਕਿਤੇ ਨਾ ਕਿਤੇ ਹਜੇ ਵੀ ਹੁੰਦਾ ਆ। ਕੀ ਹੈ ਕਿ ਮੈਰਿਜ ਤੋਂ ਬਾਅਦ ਔਰਤਾਂ ਨੂੰ ਜੌਬ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ। ਸਾਰੀਆਂ ਫੈਮਲੀਜ਼ 'ਚ ਨਹੀਂ ਹੁੰਦਾ, ਬਟ in the most of the families it happens. Or that women are the best givers, so they should raise children. ਜਾਂ ਤਾਂ ਇਹ ਮੰਨਿਆ ਜਾਂਦਾ ਹੈ ਕਿ ਜਿਹੜੀਆਂ ਔਰਤਾਂ ਆ ਉਹਨਾਂ ਨੂੰ ਘਰ 'ਚ ਰਹਿ ਕੇ ਬੱਚੇ ਪਾਲਣੇ ਚਾਹੀਦੇ ਆ ਤੇ ਬਾਕੀਆਂ ਦੀਆਂ ਜ਼ਰੂਰਤਾਂ ਪੂਰੀਆਂ ਕਰਨੀਆਂ ਚਾਹੀਦੀਆਂ। ਵੱਡਿਆਂ ਦੀ ਸੇਵਾ ਕਰੋ, ਖਾਣਾ ਬਣਾਓ, ਕੱਪੜੇ ਧੋ ਲਓ। These are the things. So this is glass ceiling, ਜਿਹਦੇ ਵਿੱਚ ਇੱਕ ਵੂਮਨ ਨੂੰ ਅੱਗੇ ਜਾਣ ਤੋਂ ਰੋਕਿਆ ਜਾ ਰਿਹਾ ਵਾ ਕਿ ਉਹ ਘਰੋਂ ਬਾਹਰ ਨਹੀਂ ਨਿਕਲ ਸਕਦੇ। Through the glass ceiling, women can see what top positions and power look like, but they are unable to get there. ਜਿਹੜੀ ਗਲਾਸ ਸੀਲਿੰਗ ਹੈ, ਕੱਚ ਦੀ ਬਣੀ ਛੱਤ ਹੈ, ਉਹਦੇ ਥਰੂ ਵਿਮਨ ਦੇਖ ਸਕਦੀ ਹੈ ਕਿ ਵਧੀਆ ਜੌਬ ਕੀ ਹੁੰਦੀ ਹੈ, ਬਾਹਰ ਨਿਕਲ ਕੇ ਦੀ ਦੁਨੀਆ ਕਿੱਦਾਂ ਦੀ ਹੁੰਦੀ ਹੈ, ਪਰ ਉਹਨਾਂ ਨੂੰ ਉਸ ਛੱਤ ਤੋਂ ਬਾਹਰ ਜਾਣ ਦਾ ਹੁਕਮ ਨਹੀਂ ਹੁੰਦਾ। ਦੇ ਕਾਂਟ ਗੋ ਆਊਟ ਆਫ ਦੈਟ ਫਰੇਮ। ਦੈਟ ਇਜ਼ ਗਲਾਸ ਸੀਲਿੰਗ। ਹੁਣ ਤੁਸੀਂ ਖੁਦ ਸੋਚ ਕੇ ਦੇਖੋ, ਤੁਹਾਡੇ ਘਰਾਂ ਵਿੱਚ ਵਿਮਨ ਲਈ ਇਹ ਗਲਾਸ ਸੀਲਿੰਗ ਬਣੀ ਹੋਈ ਹੈ। You think about it. Now, let us read the story Smashing the Glass Ceiling. Didi, you still look the same. Paramjeet hugged Geet tightly. So there are two characters in the story, Paramjeet and Geet. Paramjeet Geet ਨੂੰ tight hug ਕਰਕੇ ਕਹਿੰਦੀ ਕਿ ਦੀਦੀ ਤੁਸੀਂ ਹਜੇ ਵੀ ਉਦਾਂ ਦੇ ਹੀ ਲੱਗ ਰਹੇ ਹੋ। 25 years had passed. Both had been busy raising their own families. Geet had gone abroad after marriage. Their childhood memories, however, were still fresh. Paramjeet's mother, a widow, had been a trusted house help at Geet's house. And Paramjeet was lucky to be treated as their daughter by Geet's parents. Look at you, Paramjeet. You seem to have done well in life. Paramjeet ਤੇ Geet 25 years ਬਾਅਦ ਮਿਲਦੀਆਂ ਵਾ। ਦੋਨੋਂ ਆਪਣੀ ਫੈਮਲੀਜ਼ ਨੂੰ ਅੱਗੇ ਵਧਾਉਣ ਵਿੱਚ, ਫੈਮਲੀਜ਼ ਦਾ ਧਿਆਨ ਰੱਖਣ ਵਿੱਚ ਬਿਜ਼ੀ ਸੀਗੀਆਂ ਇੰਨੇ ਸਾਲ ਤੱਕ। ਗੀਤ ਮੈਰਿਜ ਤੋਂ ਬਾਅਦ ਅਬਰੋਡ ਚਲੀ ਗਈ ਸੀ, ਫੋਰਨ ਚਲੀ ਗਈ ਸੀ, ਪਰ ਉਹਨਾਂ ਦੀਆਂ ਬਚਪਨ ਦੀਆਂ ਯਾਦਾਂ ਹਜੇ ਤੱਕ ਤਾਜ਼ੀਆਂ ਸੀ। ਪਰਮਜੀਤ ਦੇ ਮਦਰ ਸੀ ਜਿਹੜੇ, ਉਹ ਗੀਤ ਦੇ ਘਰ ਐਜ਼ ਅ ਹਾਊਸ ਹੈਲਪ ਕੰਮ ਕਰਦੇ ਸੀਗੇ ਤੇ ਪਰਮਜੀਤ ਬਹੁਤ ਲੱਕੀ ਸੀ ਕਿ ਗੀਤ ਦੇ ਪੈਰੈਂਟਸ ਨੇ ਪਰਮਜੀਤ ਨੂੰ ਵੀ ਆਪਣੀ ਡਾਟਰ ਦੀ ਤਰ੍ਹਾਂ ਹੀ ਟ੍ਰੀਟ ਕੀਤਾ, ਗੀਤ ਦੀ ਤਰ੍ਹਾਂ ਹੀ ਟ੍ਰੀਟ ਕੀਤਾ ਸੀ। ਤਾਂ ਗੀਤ ਪਰਮਜੀਤ ਨੂੰ ਦੇਖ ਕੇ ਕਹਿੰਦੀ ਹੈ ਕਿ ਆਪਣੇ ਵੱਲ ਦੇਖ, ਕਿ ਤੈਨੂੰ ਦੇਖ ਕੇ ਲੱਗਦਾ ਕਿ ਤੂੰ ਆਪਣੀ ਲਾਈਫ ਵਿੱਚ ਬਹੁਤ ਕੁਝ ਚੰਗਾ ਕੀਤਾ ਆ। Geet had noticed Paramjeet's good clothes, her costly mobile phone, and her polished way of talking. One would hardly believe that she had been extremely poor as a child when her father had passed away. ਗੀਤ ਨੇ ਉਹਨੂੰ ਐਦਾਂ ਕਿਉਂ ਕਿਹਾ ਕਿ ਤੈਨੂੰ ਦੇਖ ਕੇ ਲੱਗਦਾ ਕਿ ਤੂੰ ਆਪਣੀ ਲਾਈਫ 'ਚ ਬਹੁਤ ਚੰਗਾ ਕੀਤਾ। ਗੀਤ ਨੇ ਨੋਟਿਸ ਕੀਤਾ ਕਿ ਪਰਮਜੀਤ ਨੇ ਬਹੁਤ ਵਧੀਆ ਕੱਪੜੇ ਪਾਏ ਹੋਏ ਸੀ, ਉਹਦੇ ਕੋਲ ਕਾਸਟਲੀ ਮੋਬਾਈਲ ਫੋਨ ਸੀ ਤੇ ਉਹਦਾ ਬੋਲਣ ਦਾ ਤਰੀਕਾ ਜਿਹੜਾ ਕਿਸੇ ਨੂੰ ਵੀ ਇੰਪ੍ਰੈਸ ਕਰ ਸਕਦਾ ਸੀ। ਕਹਿੰਦੇ ਉਹਨੂੰ ਦੇਖ ਕੇ ਬਿਲਕੁਲ ਨਹੀਂ ਇੱਦਾਂ ਲੱਗਦਾ ਸੀ ਕਿ ਉਹ ਬਚਪਨ ਵਿੱਚ ਇੰਨਾ ਉਹਨਾਂ ਨੇ ਗਰੀਬੀ ਦਾ ਟਾਈਮ ਦੇਖਿਆ ਸੀ ਆਪਣੇ ਫਾਦਰ ਦੀ ਡੈਥ ਤੋਂ ਬਾਅਦ, ਕਿ ਪਰਮਜੀਤ ਇੰਨਾ ਬਦਲ ਗਈ ਸੀ। ਗੀਤ took Paramjeet with her to the rooftop, where they had often played together as children. They admired the beautiful sunset as the birds
returned to their nests. Didi, tell me all about yourself. How have you been? What took you so long to visit us? Paramjeet asked. ਗੀਤ ਪਰਮਜੀਤ ਨੂੰ ਲੈ ਕੇ ਆਪਣੇ ਘਰ ਦੀ ਛੱਤ ਤੇ ਚਲੀ ਜਾਂਦੀ ਹੈ, ਜਿੱਥੇ ਉਹ ਬਚਪਨ ਵਿੱਚ ਖੇਡਦੇ ਹੁੰਦੇ ਸੀ, ਤੇ ਉੱਥੇ ਸਨਸੈਟ ਦੇਖਦੇ, ਸੂਰਜ ਸੈੱਟ ਹੁੰਦਾ ਡੁੱਬਦਾ ਦੇਖਦੇ ਆ, ਤੇ ਬਰਡਸ ਆਪਣੇ ਘਰਾਂ ਨੂੰ ਵਾਪਸ ਜਾਂਦੇ ਆ, ਉਹਨਾਂ ਨੂੰ ਦੇਖਦੇ ਆ। ਤਾਂ ਪਰਮਜੀਤ ਗੀਤ ਨੂੰ ਕਹਿੰਦੀ ਹੈ ਕਿ ਦੀਦੀ ਮੈਨੂੰ ਆਪਣੇ ਬਾਰੇ ਦੱਸੋ ਕਿ ਤੁਸੀਂ ਕਿੱਥੇ ਸੀਗੇ, ਐਨੇ ਟਾਈਮ ਬਾਅਦ ਤੁਸੀਂ ਸਾਡੇ ਕੋਲ ਆਏ ਹੋ। ਗੀਤ ਰਿਪਲਾਈਡ, ਡੂ ਯੂ ਸੀ ਥੀਸ ਬਰਡਸ? My life has been exactly like theirs. I flew away into an unknown land, built my family nest, looked after the needs of my husband and his old parents, and raised 2 fine sons. But my nest is very lonely now. My parents-in-law have passed away, and my sons have shifted out. My husband usually remains busy at work. ਗੀਤ ਉਹਨੂੰ ਜਵਾਬ ਦਿੰਦੀ ਹੈ, ਕਹਿੰਦੀ ਤੁਸੀਂ ਇਹ ਬਰਡਸ ਦੇਖ ਰਹੇ ਹੋ ਕਿ ਮੇਰੀ ਲਾਈਫ ਇਹਨਾਂ ਬਰਡਸ ਵਰਗੀ ਹੀ ਹੈ, ਕਿ ਮੈਂ ਉੜ ਕੇ ਕਿਸੇ ਅਨਨੋਨ ਜਗ੍ਹਾ ਤੇ ਚਲੀ ਗਈ। ਮਤਲਬ ਮੈਰਿਜ ਤੋਂ ਬਾਅਦ ਸ਼ੀ ਵੈਂਟ ਟੂ ਫੋਰਨ। ਹੁਣ ਅਸੀਂ ਇੰਡੀਆ ਤੋਂ ਬਾਹਰ ਜਾਵਾਂਗੇ, ਸਾਡੇ ਲਈ ਉਹ ਅਨਨੋਨ ਲੈਂਡ ਹੀ ਹੈ ਜਿਹਦੇ ਬਾਰੇ ਸਾਨੂੰ ਨਹੀਂ ਪਤਾ। ਸੋ ਦਿਸ ਵਾਜ਼ ਦ ਸੇਮ ਕੇਸ ਵਿਦ ਗੀਤ। ਕਹਿੰਦੀ ਮੈਂ ਉੱਥੇ ਜਾ ਕੇ ਆਪਣਾ ਘੌਂਸਲਾ ਬਣਾਇਆ, ਫੈਮਿਲੀ ਨਾਲ ਆਪਣਾ ਘਰ ਬਣਾਇਆ, ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ, ਆਪਣੇ ਹਸਬੈਂਡ ਦੀਆਂ, ਆਪਣੇ ਪੈਰੈਂਟਸ ਦੀਆਂ, ਤੇ ਫਿਰ ਮੈਂ ਆਪਣੇ 2 ਬੱਚੇ, 2 ਮੁੰਡੇ ਵੀ ਪਾਲੇ। ਪਰ ਕਹਿੰਦੀ ਹੁਣ ਮੇਰਾ ਜਿਹੜਾ ਘੌਂਸਲਾ ਹੈ, ਮੇਰਾ ਘਰ ਹੈ, ਬਿਲਕੁਲ ਇਕੱਲਾ ਹੋ ਗਿਆ ਆ, ਖਾਲੀ ਹੋ ਗਿਆ ਆ, ਕਿ ਮੇਰੇ ਪੈਰੈਂਟਸ ਇਨ ਲॉज ਦੀ ਡੈਥ ਹੋ ਗਈ ਹੈ, ਤੇ ਮੇਰੇ ਬੱਚੇ ਆ ਜਿਹੜੇ ਮੇਰੇ ਬੇਟੇ ਆ ਉਹ ਆਪਣੇ ਹੁਣ ਵੱਡੇ ਹੋ ਗਏ ਆ ਤੇ ਸ਼ਿਫਟ ਹੋ ਗਏ ਆ ਦੂਸਰੀ ਜਗ੍ਹਾ ਤੇ, ਤੇ ਮੇਰੇ ਹਸਬੈਂਡ ਕਹਿੰਦੀ ਯੂਜੂਅਲੀ ਕੰਮ ਵਿੱਚ ਹੀ ਬਿਜ਼ੀ ਰਹਿੰਦੇ ਆ। ਦੀਦੀ, you also must be working, right? I still remember you as a class topper in studies as well as sports. ਗੀਤ ਪੁੱਛਦੀ, ਕਹਿੰਦੀ ਤੁਸੀਂ ਵੀ ਕੰਮ ਕਰਦੇ ਹੋਵੋਗੇ, ਕਿ ਮੈਨੂੰ ਹਜੇ ਤੱਕ ਯਾਦ ਹੈ ਕਿ ਤੁਸੀਂ ਕਲਾਸ ਟੌਪਰ ਸੀਗੇ, ਫਸਟ ਆਉਂਦੇ ਸੀ, ਪੜ੍ਹਾਈ 'ਚ ਵੀ ਤੇ ਖੇਡਾਂ ਵਿੱਚ ਵੀ। The medals and awards won by you are kept on that huge wooden rack, Paramjeet said. ਪਰਮਜੀਤ ਕਹਿੰਦੀ ਕਿ ਤੁਹਾਡੇ ਜਿੱਤੇ ਹੋਏ ਮੈਡਲਸ ਤੇ ਅਵਾਰਡਸ ਉਸ ਵੁਡਨ ਰੈਕ ਤੇ ਉੱਪਰ ਪਏ ਆ। No, I was not allowed to work after marriage. My husband and his parents had to be looked after. Geet spoke with regret. ਗੀਤ ਕਹਿੰਦੇ ਪਛਤਾਵੇ, ਅਫਸੋਸ ਨਾਲ ਬੋਲਦੀ ਹੈ ਕਿ ਨਹੀਂ, ਮੈਨੂੰ ਵਿਆਹ ਤੋਂ ਬਾਅਦ ਕੰਮ ਕਰਨ ਦੀ ਇਜਾਜ਼ਤ ਨਹੀਂ ਸੀ, ਕਿ ਮੇਰੇ ਹਸਬੈਂਡ ਤੇ ਉਹਨਾਂ ਦੇ ਪੈਰੈਂਟਸ ਨੂੰ ਲੁੱਕ ਆਫਟਰ ਕਰਨਾ ਸੀ, ਉਹਨਾਂ ਦਾ ਧਿਆਨ ਰੱਖਣਾ ਸੀਗਾ, ਇਸ ਕਰਕੇ ਮੈਨੂੰ ਕੰਮ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ। Now tell me your story, Paramjeet. What have you been doing? ਤਾਂ ਫਿਰ ਉਹ ਗੀਤ ਪਰਮਜੀਤ ਨੂੰ ਪੁੱਛਦੀ ਕਿ ਤੁਸੀਂ ਮੈਨੂੰ ਹੁਣ ਆਪਣੇ ਬਾਰੇ ਦੱਸੋ ਕਿ ਤੁਸੀਂ ਕੀ ਕਰ ਰਹੇ ਸੀ ਜਾਂ ਕੀ ਕਰ ਰਹੇ ਹੋ। I could barely finish high school when my mother caught arthritis. I had to work during the day to earn money for her medical treatment. But Didi, your parents have always been very kind to us. They also got me to attend evening classes run by a charitable agency. The agency helped me set up a small business of my own. Paramjeet spoke proudly. ਪਰਮਜੀਤ ਕਹਿੰਦੇ ਬਹੁਤ ਮਾਣ ਨਾਲ ਜਵਾਬ ਦਿੰਦੀ ਹੈ ਕਿ ਕਹਿੰਦੀ ਮੈਂ ਆਪਣਾ ਹਾਈ ਸਕੂਲ ਹਜੇ ਫਿਨਿਸ਼ ਹੀ ਕੀਤਾ ਸੀ ਕਿ ਮੇਰੇ ਮਦਰ ਨੂੰ ਆਰਥਰਾਈਟਿਸ ਹੋ ਗਿਆ, ਗਠੀਆ ਹੋ ਗਿਆ। ਹਾਈ ਸਕੂਲ ਮਤਲਬ 10th ਕਲਾਸ, ਕਿ 10th ਕਲਾਸ ਹਜੇ ਕਲੀਅਰ ਹੀ ਕੀਤੀ ਸੀ, ਪਾਸ ਹੀ ਕੀਤੀ ਸੀ। ਕਹਿੰਦੀ ਇਸ ਕਰਕੇ ਮੈਨੂੰ
ਉਹਨਾਂ ਦੇ ਮੈਡੀਕਲ ਟ੍ਰੀਟਮੈਂਟ ਲਈ, ਉਹਨਾਂ ਦੇ ਇਲਾਜ ਲਈ, ਪੈਸੇ ਕਮਾਉਣ ਲਈ ਕੰਮ ਕਰਨਾ ਪਿਆ। ਪਰ ਉਹ ਕਹਿੰਦੀ ਕਿ ਗੀਤ ਦੀਦੀ ਕਿ ਤੁਹਾਡੇ ਪੈਰੈਂਟਸ ਜਿਹੜੇ ਮੇਰੇ ਲਈ ਹਮੇਸ਼ਾ ਹੀ ਹੈਲਪਫੁਲ ਰਹੇ। ਉਹਨਾਂ ਨੇ ਮੈਨੂੰ ਸ਼ਾਮ ਦੀਆਂ ਈਵਨਿੰਗ ਕਲਾਸਿਸ ਦਵਾਉਣੀਆਂ ਸ਼ੁਰੂ ਕਰ ਦਿੱਤੀਆਂ, ਇੱਕ ਚੈਰੀਟੇਬਲ ਏਜੰਸੀ ਵੱਲੋਂ ਚਲਾਈਆਂ ਜਾਂਦੀਆਂ ਸੀ, ਤੇ ਉਹਨਾਂ ਨੇ ਮੈਨੂੰ ਸਕਿੱਲਸ ਸਿਖਾਈਆਂ, ਤੇ ਉਸ ਏਜੰਸੀ ਨੇ ਮੇਰੀ ਹੈਲਪ ਕੀਤੀ ਕਿ ਮੈਂ ਆਪਣਾ ਇੱਕ ਛੋਟਾ ਜਿਹਾ ਬਿਜ਼ਨਸ ਸਟਾਰਟ ਕਰ ਸਕਾਂ। What kind of business exactly? asked ਗੀਤ eagerly. ਗੀਤ ਬੜੀ ਉਤਸੁਕਤਾ ਨਾਲ ਪੁੱਛਦੀ, ਕਹਿੰਦੀ ਕਿੱਦਾਂ ਦਾ ਬਿਜ਼ਨਸ ਸ਼ੁਰੂ ਕੀਤਾ ਜਾਂ ਕਿਹੜੇ 'ਚ ਹੈਲਪ ਕੀਤੀ? The agency trained me in computer and internet skills. I also learned desktop publishing. That means using a small computer and a machine for printing to produce books, magazines and other printed materials. ਕਹਿੰਦੀ ਏਜੰਸੀ ਨੇ ਮੈਨੂੰ ਟ੍ਰੇਨਿੰਗ ਦਿੱਤੀ ਕੰਪਿਊਟਰ ਸਕਿੱਲਸ ਵਿੱਚ, ਕੰਪਿਊਟਰ ਤੇ ਕੰਮ ਕਰਨਾ ਸਿਖਾਇਆ ਤੇ ਇੰਟਰਨੈਟ ਤੇ ਕੰਮ ਕਰਨਾ ਸਿਖਾਇਆ, ਆਨਲਾਈਨ ਬਿਜ਼ਨਸ ਕਰਨਾ ਸਿਖਾਇਆ। ਉਹਨਾਂ ਨੇ ਮੈਨੂੰ ਡੈਸਕਟਾਪ ਪਬਲਿਸ਼ਿੰਗ ਵੀ ਸਿਖਾਈ। ਡੈਸਕਟਾਪ ਪਬਲਿਸ਼ਿੰਗ ਕੀ ਹੈ ਕਿ ਤੁਸੀਂ ਕੰਪਿਊਟਰ ਤੇ ਉਹਦੇ ਨਾਲ ਇੱਕ ਮਸ਼ੀਨ ਕਨੈਕਟ ਕਰਕੇ ਬੁੱਕਸ ਦੀ ਪ੍ਰਿੰਟਿੰਗ, ਮੈਗਜ਼ੀਨਸ ਦੀ ਪ੍ਰਿੰਟਿੰਗ ਕਰ ਸਕਦੇ ਹੋ। ਨਹੀਂ ਤਾਂ ਬੁੱਕਸ ਦੀ ਪ੍ਰਿੰਟਿੰਗ, ਨਿਊਜ਼ਪੇਪਰ ਪ੍ਰਿੰਟਿੰਗ ਤੁਸੀਂ ਦੇਖਦੇ ਹੋ ਬਹੁਤ ਵੱਡੇ ਲੈਵਲ ਤੇ ਵੱਡੀਆਂ ਮਸ਼ੀਨਾਂ ਨਾਲ ਹੁੰਦੀ ਹੈ, ਪਰ ਹੁਣ ਇੱਕ ਕੰਪਿਊਟਰ ਤੇ ਇੱਕ ਉਹਦੇ ਨਾਲ ਮਸ਼ੀਨ ਲੱਗਦੀ ਹੈ, ਉਹਦੇ ਨਾਲ ਵੀ ਪੋਸੀਬਲ ਹੈ। ਤਾਂ ਕਹਿੰਦੀ ਉਹਨਾਂ ਨੇ ਮੈਨੂੰ ਇਹਦੀ ਟ੍ਰੇਨਿੰਗ ਦਿੱਤੀ। The agency also taught money skills and opened my bank account and helped me get a nice loan to start my business. I made use of the growing online work opportunities right from this home and neighborhood. ਕਹਿੰਦੀ ਏਜੰਸੀ ਨੇ ਮੈਨੂੰ ਮਨੀ ਸਕਿੱਲਸ, ਪੈਸਾ ਕਮਾਉਣ ਦੀਆਂ ਸਕਿੱਲਸ ਵੀ ਸਿਖਾਈਆਂ ਤੇ ਮੇਰਾ ਬੈਂਕ ਅਕਾਊਂਟ ਓਪਨ ਕਰਵਾਇਆ, ਤੇ ਉਹਨਾਂ ਨੇ ਮੈਨੂੰ ਆਪਣਾ ਬਿਜ਼ਨਸ ਸਟਾਰਟ ਕਰਨ ਲਈ ਲੋਨ ਲੈ ਕੇ ਦਿੱਤਾ। ਤੇ ਮੈਂ ਕਹਿੰਦੀ ਆਨਲਾਈਨ ਜਿਹੜੀਆਂ ਵਰਕ ਓਪਰਚੁਨਿਟੀ ਸੀ, ਮੌਕੇ ਸੀਗੇ, ਉਹਨਾਂ ਦਾ ਫਾਇਦਾ ਚੱਕਿਆ ਘਰ ਬੈਠ ਕੇ ਹੀ ਆਪਣੇ ਆਂਢ ਗੁਆਂਢ ਦੀ ਹੈਲਪ ਨਾਲ। Today, my shop serves customers like the panchayat, government offices, local colleges and schools. I design posters and visiting cards for them. My shop also provides photography services. It even helps the local people with Aadhaar registration, booking online tickets, banking and more. ਕਹਿੰਦੀ ਅੱਜ ਮੇਰੀ ਸ਼ਾਪ ਤੇ ਕਸਟਮਰਸ ਕੌਣ ਆਉਂਦੇ ਆ? ਪੰਚਾਇਤਾਂ, ਪਿੰਡਾਂ ਦੀਆਂ ਪੰਚਾਇਤਾਂ, ਗਵਰਨਮੈਂਟ ਆਫਿਸਿਸ ਹੈ, ਉਹਨਾਂ ਨਾਲ ਮੇਰੀ ਡੀਲਿੰਗ ਹੈਗੀ ਆ, ਲੋਕਲ ਕਾਲਜਿਸ ਹੈ, ਸਕੂਲਸ ਹੈ, ਕਿ ਮੈਂ ਉਹਨਾਂ ਲਈ ਵਿਜ਼ਿਟਿੰਗ ਕਾਰਡਸ, ਪੋਸਟਰ ਡਿਜ਼ਾਈਨ ਕਰਦੀ ਹਾਂ ਤੇ ਪ੍ਰਿੰਟ ਕਰਦੀ ਹਾਂ। ਤੇ ਕਹਿੰਦੀ ਮੇਰੀ ਸ਼ਾਪ ਤੇ ਫੋਟੋਗ੍ਰਾਫੀ ਵੀ ਕੀਤੀ ਜਾਂਦੀ ਹੈ, ਪਾਸਪੋਰਟ ਲਈ ਫੋਟੋ ਹੋ ਗਈ, ਇਹ ਉਹ ਦੈਟ ਟਾਈਪ ਆਫ ਫੋਟੋਜ਼। ਤੇ ਲੋਕਲ ਜਿਹੜੇ ਪੀਪਲ ਹੈ, ਲੋਕ ਹੈ, ਉਹਨਾਂ ਲਈ ਆਧਾਰ ਰਜਿਸਟ੍ਰੇਸ਼ਨ, ਆਧਾਰ ਕਾਰਡ ਬਣਵਾਉਣਾ ਆ, ਆਨਲਾਈਨ ਟਿਕਟ ਬੁਕਿੰਗ ਕਰਨੀ ਆ, ਬੈਂਕਿੰਗ, ਇੱਦਾਂ ਦੀਆਂ ਫੈਸਿਲਿਟੀਜ਼ ਵੀ ਦਿੱਤੀਆਂ ਜਾਂਦੀਆਂ। ਤੁਸੀਂ ਵੀ ਹੁਣ ਕੈਫੇਜ਼ ਵਗੈਰਾ ਤੇ ਜਾਂਦੇ ਹੋ, ਸੋ ਦਿਸ ਇਜ਼ ਦਾ ਸੇਮ ਵਰਕ। Did you do all this on your own? Geet was impressed with Paramjeet's success. ਗੀਤ ਪੁੱਛਦੀ ਹੈ ਕਿ ਤੂੰ ਇਹ ਸਾਰਾ ਕੰਮ ਖੁਦ ਕਰਦੀ ਹੈ? ਕਹਿੰਦੇ ਉਹ ਪਰਮਜੀਤ ਦੀ ਤਰੱਕੀ ਦੇਖ ਕੇ ਬਹੁਤ ਖੁਸ਼ ਸੀ। Not on my own, Didi. I started this business with 4 more women partners, all trained at the same agency. But slowly, I bought the entire business from my partners and became the sole owner. Today, my business makes a big profit every month and employs other girls in this area. Everyone here respects me as their role model. ਕਹਿੰਦੀ ਮੈਂ ਕੱਲੀ ਨੇ ਨਹੀਂ ਸਟਾਰਟ ਕੀਤਾ ਸੀ, ਮੇਰੀਆਂ 4 ਪਾਰਟਨਰਸ ਸੀ ਜਿਹੜੀਆਂ ਲੇਡੀਜ਼ ਹੀ ਸੀਗੀਆਂ। ਅਸੀਂ ਸੇਮ ਏਜੰਸੀ ਤੋਂ ਟ੍ਰੇਨਿੰਗ ਲਈ ਸੀ, ਪਰ ਹੌਲੀ ਹੌਲੀ ਮੈਂ ਸਾਰਾ ਪਾਰਟਨਰਸ ਤੋਂ ਬਿਜ਼ਨਸ ਆਪਣੇ ਨਾਮ ਲੈ ਲਿਆ ਤੇ ਆਪਣੇ ਨਾਮ ਕਰਵਾ ਲਿਆ ਕਿ ਮੈਂ ਹੁਣ ਇਕੱਲੀ ਮਾਲਿਕ ਹਾਂ। ਤੇ ਅੱਜ ਮੈਂ ਕਹਿੰਦੀ ਮੰਥਲੀ ਬਹੁਤ ਵੱਡਾ ਫਾਇਦਾ ਆਪਣੇ ਬਿਜ਼ਨਸ ਤੋਂ ਕਮਾਨੀ ਆ ਤੇ ਹੋਰ ਕੁੜੀਆਂ ਨੂੰ ਵੀ ਜੌਬ ਦਿੰਨੀ ਆ। ਸਾਰੇ ਮੈਨੂੰ ਕਹਿੰਦੀ ਮੇਰੇ ਆਲੇ ਦੁਆਲੇ ਆਪਣਾ ਪ੍ਰੇਰਨਾ ਸਰੋਤ ਮੰਨਦੇ ਆ, ਰੋਲ ਮਾਡਲ ਮੰਨਦੇ ਆ ਕਿ ਬਾਕੀ ਕੁੜੀਆਂ ਮੈਨੂੰ ਦੇਖ ਕੇ ਕਹਿੰਦੀਆਂ ਅਸੀਂ ਦੀਦੀ ਵਰਗੇ ਬਣਨਾ ਹੈ। What about your children? Who takes care of them? asked ਗੀਤ। ਗੀਤ ਕਹਿੰਦੀ ਤੇਰੇ ਬੱਚਿਆਂ ਦਾ ਕੌਣ ਧਿਆਨ ਰੱਖਦਾ ਹੈ? I have been blessed with a helpful husband and loving parents-in-law. Even my mother stays with me.
We work together, cook together, and enjoy raising the kids together as a team. Paramjeet spoke with confidence. Paramjeet ਕਹਿੰਦੇ ਪੂਰੇ confidence ਨਾਲ ਬੋਲਦੀ ਹੈ ਕਿ ਮੇਰੇ husband ਬਹੁਤ helpful ਹੈ, ਮੇਰੇ parents in law ਬੜੇ loving ਹੈ, ਬਹੁਤ ਪਿਆਰ ਕਰਦੇ ਆ, ਕਿ ਮੇਰੇ mother ਵੀ ਮੇਰੇ ਨਾਲ ਰਹਿੰਦੇ ਆ, ਅਸੀਂ ਇਕੱਠੇ ਕੰਮ ਕਰਦੇ ਆ, ਖਾਣਾ ਬਣਾਉਂਦੇ ਆ ਤੇ ਬੱਚਿਆਂ ਨੂੰ ਪਾਲਦੇ ਆ. I'm so proud of you, my dear friend. Geet held Paramjeet's hand tightly. Can you give me something to do? ਉਹ ਕਹਿੰਦੀ ਮੈਨੂੰ ਤੇਰੇ ਤੇ ਮਾਣ ਹੈ ਕਿ ਤੂੰ ਮੈਨੂੰ ਕੰਮ ਦੇਂਗੀ. ਦੀਦੀ, you must be joking. How can I ask a postgraduate like you to work for me? Paramjeet replied. ਉਹ ਕਹਿੰਦੀ ਤੁਸੀਂ ਮਜ਼ਾਕ ਕਰ ਰਹੇ ਹੋ ਕਿ ਤੁਸੀਂ ਇੰਨੇ ਪੜ੍ਹੇ ਲਿਖੇ ਹੋ, ਮੈਂ ਤੁਹਾਨੂੰ ਕਿੱਦਾਂ ਕੋਈ ਜੌਬ ਦੇ ਸਕਦੀ ਹਾਂ. You have earned the highest qualification through your work and set up a successful business. ਗੀਤ ਕਹਿੰਦੀ ਕਿ ਤੂੰ ਬਹੁਤ ਹੀ ਉੱਚੀ ਯੋਗਤਾ ਪ੍ਰਾਪਤ ਕਰ ਲਈ ਹੈ ਤੇ ਇੱਕ ਬਿਜ਼ਨਸ ਖੜਾ ਕਰ ਲਿਆ. Your journey is an inspiration for so many girls. ਕਹਿੰਦੀ ਤੇਰੀ ਜਰਨੀ ਹੈ ਜਿਹੜੀ ਇੰਸਪੀਰੇਸ਼ਨ ਹੈ ਕਿ ਤੂੰ ਮੇਰੀ ਹੈਲਪ ਕਰ. ਦੀਦੀ, then I shall need your help to grow my business abroad. You can tell and write stories about the small group of women working here. You can promote the business and help me get more work from foreign countries. Paramjeet was excited. Paramjeet ਕਹਿੰਦੀ ਫਿਰ ਤੁਸੀਂ ਇੱਦਾਂ ਕਰੋ ਕਿ ਮੈਨੂੰ ਦੂਸਰੇ ਦੇਸ਼ਾਂ ਵਿੱਚ ਮੇਰਾ ਬਿਜ਼ਨਸ ਗਰੋ ਕਰਨ ਵਿੱਚ ਹੈਲਪ ਕਰੋ, ਕਿ ਤੁਸੀਂ ਇੱਥੇ ਕੰਮ ਕਰਦੀਆਂ ਇਹਨਾਂ ਔਰਤਾਂ ਬਾਰੇ ਲਿਖੋ ਤੇ ਮੇਰੇ ਬਿਜ਼ਨਸ ਨੂੰ ਪ੍ਰਮੋਟ ਕਰੋ. Yes, I shall do that and more. I think I have found my nest again. Geet spoke with tears of joy in her eyes. ਉਹ ਕਹਿੰਦੀ ਹਾਂ ਮੈਂ ਇਹ ਕਰ ਸਕਦੀ ਹਾਂ ਤੇ ਇਸ ਤੋਂ ਜ਼ਿਆਦਾ ਵੀ ਕਰ ਸਕਦੀ ਹਾਂ. ਤੇ ਉਹ ਕਹਿੰਦੀ ਮੈਨੂੰ ਹੁਣ ਇੱਦਾਂ ਲੱਗ ਰਿਹਾ ਕਿ ਮੈਨੂੰ ਮੇਰਾ ਘਰ ਹੌਸਲਾ ਦੁਬਾਰਾ ਲੱਭ ਗਿਆ ਹੈ. ਉਹ ਖੁਸ਼ੀ ਨਾਲ ਰੋਣ ਲੱਗ ਜਾਂਦੀ ਹੈ. Even after so many years, the rooftop gave the same energy and hope to Geet as it did for her as a child. ਕਹਿੰਦੀ ਇੰਨੇ ਸਾਲਾਂ ਬਾਅਦ ਵੀ ਉਸ ਛੱਤ ਨੇ ਜਿਹੜੀ ਆ ਕਿ ਸੇਮ એનર્ਜੀ ਸੀ ਤੇ ਉਹਨੇ ਇੱਕ ਉਮੀਦ ਦੇਤੀ ਸੀ ਗੀਤ ਨੂੰ ਜਿਹੜੀ ਇੰਨੇ ਸਾਲ ਪਹਿਲਾਂ ਬਚਪਨ 'ਚ ਦਿੱਤੀ ਸੀ ਕਿ ਉਹ ਕੁਝ ਕਰ ਸਕਦੀ ਹੈ. ਸੋ ਦਿਸ ਵਾਜ਼ ਯੋਰ ਚੈਪਟਰ. ਤੁਸੀਂ ਦੇਖ ਰਹੇ ਹੋ ਕਿ ਇੱਕ ਪੜ੍ਹਿਆ ਲਿਖਿਆ ਜਿਹੜਾ ਗੀਤ ਜਿਹੜੀ ਕਿ ਇਨ ਪੋਸਟ ਗ੍ਰੈਜੂਏਟ ਉਹਦੀ ਲਾਈਫ ਤੇ ਇੱਕ ਜਿਹੜਾ ਘੱਟ ਪੜ੍ਹਿਆ ਉਹਦੀ ਲਾਈਫ, ਦੋਨਾਂ 'ਚ ਕੀ ਫਰਕ ਹੈ. ਪਰ ਜਿਹੜਾ ਪੜ੍ਹਿਆ ਲਿਖਿਆ ਸੀ ਉਹ ਆਪਣੀ ਫੈਮਲੀਜ਼ ਦੀ ਬਾਉਂਡਰੀਜ਼ 'ਚ ਹੀ ਬੰਦਿਆ ਰਹਿ ਗਿਆ ਤੇ ਜਿਹੜਾ ਘੱਟ ਪੜ੍ਹਿਆ ਸੀ ਉਹਨੇ ਆਪਣੇ ਆਪ ਨੂੰ ਇੰਨਾ ਗਰੋ ਕੀਤਾ ਕਿ ਉਹ ਅੱਜ ਬਿਜ਼ਨਸ ਚਲਾ ਰਹੀ ਹੈ. ਸੋ ਦਿਸ ਇਜ਼ ਵਾਟ ਆਵਰ ਸੋਸਾਇਟੀ ਗਿਵਸ. ਅਸੀਂ ਸਮਾਜ ਵਿੱਚ ਇਸ ਗਲਾਸ ਸੀਲਿੰਗ ਨੂੰ ਹੀ ਤੋੜਨਾ ਹੈ ਜਿਹੜੀ ਕਿ ਕੁੜੀਆਂ ਨੂੰ ਰੋਕ ਲੈਂਦੀ ਹੈ. ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਘਰੋਂ ਬਾਹਰ ਨਹੀਂ ਨਿਕਲਣ ਦਿੱਤਾ ਜਾਂਦਾ ਕਿ ਉਹਨਾਂ ਦੀ ਇਹ ਜ਼ਿੰਮੇਵਾਰੀ ਹੈ ਕਿ ਉਹਨਾਂ ਨੇ ਫੈਮਲੀਜ਼ ਨੂੰ ਸੰਭਾਲਣਾ ਹੈ. ਇਜ਼ ਦਿਸ ਰਾਈਟ? ਗਰਲਸ ਬਾਹਰ ਜਾ ਕੇ ਵੀ ਫੈਮਲੀਜ਼ ਨੂੰ ਸੰਭਾਲ ਸਕਦੀਆਂ. ਹੁਣ ਜੇ ਮੈਂ ਇੱਥੇ ਬੈਠੀ ਹਾਂ ਤਾਂ ਮੈਂ ਆਪਣੀ ਫੈਮਲੀ ਨੂੰ ਛੱਡ ਕੇ ਨਹੀਂ ਬੈਠੀ. ਆਈ ਐਮ ਰੇਜ਼ਿੰਗ ਮਾਈ ਫੈਮਲੀ ਵੈਲ. ਮੈਂ ਆਪਣੇ ਬੱਚੇ ਦਾ ਵੀ ਧਿਆਨ ਰੱਖਦੀ ਹਾਂ, ਆਪਣੀ ਫੈਮਲੀ ਦਾ ਵੀ ਧਿਆਨ ਰੱਖਦੀ ਹਾਂ. ਸੋ ਵੀ ਕੈਨ ਬੈਲੈਂਸ ਦੋਜ਼ ਥਿੰਗਸ. ਤਾਂ ਤੁਹਾਨੂੰ ਵੀ ਇਸ ਬਾਰੇ ਸੋਚਣਾ ਚਾਹੀਦਾ ਤੇ ਆਪਣੀ ਫੈਮਲੀਜ਼ ਨੂੰ ਵੀ ਇਸ ਬਾਰੇ ਸਮਝਾਉਣਾ ਚਾਹੀਦਾ ਹੈ. ਸੋ ਦਿਸ ਇਜ਼ ਦ ਚੈਪਟਰ ਸਮੈਸ਼ਿੰਗ ਦ ਗਲਾਸ ਸੀਲਿੰਗ. ਗਰਲਸ ਜਿਹੜੀਆਂ ਇਸ ਚੈਪਟਰ ਨੂੰ ਸੁਣ ਰਹੀਆਂ ਵਾ, ਮੈਨੂੰ ਸੁਣ ਰਹੀਆਂ ਵਾ, ਦੇ ਸ਼ੁਡ ਥਿੰਕ ਅਬਾਊਟ ਦਿਸ, that they have to be the role model for other girls. So think about this and we'll meet in the next class with new chapter, with new hopes and with new thinking of breaking the glass ceiling that stops you from doing anything. ਸਿਰਫ ਗਰਲਸ ਨਹੀਂ, ਬॉयਜ਼ ਵੀ. ਬॉयਜ਼ ਤੇ ਵੀ ਬਹੁਤ ਸਾਰੀਆਂ ਰਿਸਟ੍ਰਿਕਸ਼ਨਸ ਹੁੰਦੀਆਂ, ਪਰ ਜੇ ਤੁਸੀਂ ਸਹੀ ਸੋਚ ਰਹੇ ਹੋ, ਸਹੀ ਰਾਹ ਤੇ ਜਾਣਾ ਚਾਹੁੰਦੇ ਹੋ, you should break that ceiling, right? So we'll meet in the next class. Till then, take care. Goodbye. Thank you.